को कछो नाही कालंगा। ਇਹ ਸ਼ਬਦ ਅਰਦਾਸ ਦਾ ਸ਼ਬਦ ਹੈ। ਗੁਰੂ ਚਰਨਾਂ 'ਚ ਜਗਿਆਸੂ ਦੀ ਅਰਦਾਸ। ਸੱਚੇ ਪਾਤਸ਼ਾਹ ਜਿਹਦੇ ਅੰਗ ਸੰਗ ਤੂੰ ਹੈ, ਉਹਨੂੰ ਕਾਲੇ ਲੇਖ ਕੀ ਕਹਿ ਸਕਦੇ? ਉਹਦਾ ਇਹ ਕਾਲ ਕੀ ਵਿਗਾੜ ਸਕਦਾ ਹੈ? ਮਾਧੋ ਜਾ ਕੋ ਹੈ ਆਸ ਤੁਹਾਰੀ, ਤਾ ਕੋ ਕੁਛ ਨਹੀਂ ਸੰਸਾਰੀ। ਐ ਮਾਧੋ, ਐ ਮੇਰੇ ਪਰਮ ਪਿਤਾ, हे ਵਾਹਿਗੁਰੂ ਜੀ, ਜਿਹਨੂੰ ਤੇਰੀ ਆਸ ਹੈ, ਜਿਹਨੂੰ ਤੇਰਾ ਆਸਰਾ ਹੈ, ਉਹਨੂੰ ਇਹ ਸੰਸਾਰ ਦੀ ਕੀ ਪਰਵਾਹ ਹੈ? ਜਿਹਨੂੰ ਰੱਬ ਦਾ ਆਸਰਾ ਹੈ, ਉਹ ਦੂਜੇ ਦੀ ਕੀ ਪਰਵਾਹ ਮੰਨਦਾ? ਜਾਂ ਕੈ ਹਿਰਦੇ ਠਾਕਰ ਹੋਏ, ਤਾ ਕੋ ਸਹਿਸਾ ਨਹੀਂ ਕੋਏ। ਜਿਹਦੇ ਹਿਰਦੇ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਹੈ, ਮਰਦ ਕਹਿੰਦੇ ਉਹਨੂੰ ਫਿਰ ਕੋਈ ਸਹਿਸਾ ਨਹੀਂ ਰਹਿ ਜਾਂਦਾ, ਚਿੰਤਾ ਫਿਕਰ ਕੋਈ ਨਹੀਂ ਰਹਿ ਜਾਂਦਾ। ਜਾ ਕੋ ਤੁਮ ਦੀਨੀ ਪ੍ਰਭ ਧੀਰ, ਤਾਕੇ ਨਿਕਟ ਨ ਆਵੇ ਪੀਰ। ਐ ਸਤਿਗੁਰੂ ਸੱਚੇ ਪਾਤਸ਼ਾਹ, हे ਦੀਨਾ ਬੰਧੂ, हे ਵਾਹਿਗੁਰੂ ਪਰਮ ਪਿਤਾ ਪਰਮਾਤਮਾ ਪਰਵਤਗਾਰ, ਸੱਚੇ ਪਾਤਸ਼ਾਹ, ਜਿਹਨੂੰ ਤੂੰ ਧੀਰਜ ਦੇਂਦਾ, ਉਹਨੂੰ ਫਿਰ ਕਿਹੜੀ ਪੀੜ ਸਤਾਵੇਗੀ? ਜਿਹਨੂੰ ਤੂੰ ਆਸਰਾ ਦੇਵੇਂ, ਉਹਨੂੰ ਕੋਈ ਪੀੜਾ ਸਤਾ ਹੀ ਨਹੀਂ ਸਕਦੀ। ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਾ ਦਿਖਾਇਆ। ਮੈਂ ਉਹ ਗੁਰੂ ਪਾ ਲਿਆ ਜਿਹੜਾ ਪੂਰਨ ਆ। ਪੂਰਨ ਕਬੂ ਨਾ ਡੋਲਦਾ, ਉਹ ਕਦੀ ਨਹੀਂ ਡੋਲਦਾ ਜਿਹਨੇ ਪੂਰਨ ਗੁਰੂ ਨੂੰ ਪਾ ਲਿਆ। ਦੁਲੱਭ ਦੇ ਪਾਈ ਬੜ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਵੱਡਿਆਂ ਭਾਗਾਂ ਨਾਲ ਇਹ ਅਵਸਰ ਮਿਲਿਆ ਹੈ, ਇਹ ਗੋਬਿੰਦ ਮਿਲਣ ਦੀ ਵਾਰੀ ਮਿਲੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਹੱਥੋਂ ਛੁੱਟ ਗਈ ਤੇ ਫਿਰ ਪਛਤਾਵਾ ਰਹਿ ਜਾਏਗਾ। ਇਸ ਨੂੰ ਸਤਿਗੁਰੂ ਜੀ ਪੌੜੀ ਕਹਿੰਦੇ ਆ। ਇਹ ਰੱਬ ਨੂੰ ਮਿਲਣ ਵਾਲੀ ਪੌੜੀ ਹੈ। ਸਤਿਗੁਰੂ ਜੀ ਸਮਝਾਉਂਦੇ ਆ, ਇਸ ਪੌੜੀ ਤੇ ਜੋ ਨਰ ਚੁੱਕੇ, ਜਿਹੜਾ ਚੁੱਕ ਗਿਆ ਇਸ ਪੌੜੀ ਤੋਂ, ਇਸ ਪੌੜੀ ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਏਂਦਾ, ਉਹਦਾ ਆਉਣ ਜਾਣ ਦਾ ਦੁੱਖ ਬਣਿਆ ਰਹਿੰਦਾ। ਮਰ ਨਾ ਜਾਈ ਜਿਨ ਬਿਸਰਤ ਰਾਮ, ਰਾਮ ਕਹੂਨ ਜੀਵਨ ਕੌਣ ਕਾਮ। ਮਹਾਰਾਜ ਸੱਚੇ ਪਾਤਸ਼ਾਹ ਸਖਤ ਬੋਲ ਬੋਲਦੇ ਆ। ਇਹ ਬੋਲ ਕਿਤੇ ਆਮ ਸਧਾਰਨ ਮਨੁੱਖ ਦੇ ਹੋਣ ਤੇ ਅਸੀਂ ਉਹਦਾ ਜੀਣਾ ਆਰਾਮ ਕਰ ਦਈਏ। ਸਖਤ ਬੋਲਿਆ ਪਰ ਗੁਰੂ ਦੇ ਆ। ਮਰਦ ਕਹਿੰਦੇ ਮਰ ਕਿਉਂ ਨਹੀਂ ਜਾਂਦਾ ਉਹ ਜਿਹਨੂੰ ਰੱਬ ਵਿਸਰਿਆ ਹੋਇਆ ਹੈ। ਇੱਕ ਰੱਬ ਦੀ ਬੰਦਗੀ ਤੋਂ ਬਗੈਰ, ਇੱਕ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਇਹ ਜੀਵਨ ਉਹਦੇ ਕਿਸ ਕੰਮ ਆ? ਇਹ ਜੀਵਨ ਉਹਨੂੰ ਕਾਹਦੇ ਵਾਸਤੇ ਮਿਲਿਆ ਹੈ? ਜੇ ਮਨੁੱਖ ਦਾ ਜਨਮ ਪਾ ਕੇ ਪਰਮਾਤਮਾ ਦੀ ਬੰਦਗੀ ਨਹੀਂ ਕਰਨੀ ਤੇ ਮਰ ਕਿਉਂ ਨਹੀਂ ਜਾਂਦਾ? ਖਾਤ ਪੀਤ ਖੇਲਤ ਹਸਤ ਵਿਸਥਾਰ, ਕੌਣ ਅਰਥ ਮਿਰਤਕ ਸਿਗਾਰ। ਜਿਉਂਦਿਆਂ ਅਯਾਸ਼ੀ ਕੀਤੀ, ਵਿਸ਼ੇ ਵਕਾਰ, ਨਿੰਦਾ, ਚੁਗਲੀ, ਈਰਖਾ, ਬਖੀਲੀ ਦੇ ਵਿੱਚ ਬਿਤਾ ਦਿੱਤੇ। ਆਤਮਾ ਨੂੰ ਸ਼ਿੰਗਾਰਿਆ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਸੋਨੇ ਦੀਆਂ ਚੈਨੀਆਂ ਪਾ ਲਈਆਂ, ਕੰਗਣ ਪਾ ਲਏ, ਛਾਪਾਂ ਛੱਲੇ ਪਾ ਲਏ, ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਘੁੰਮਦਾ,
ਵਧੀਆ ਸੱਚਖੰਡ ਵਰਗੇ ਸਵਰਗ ਵਰਗੇ ਮਹਿਲ ਘਰ ਬਣਾ ਕੇ ਰਹਿੰਦਾ, ਖਾਣ ਪੀਣ ਦੀ ਕੋਈ ਵੀ ਕਮੀ ਨਹੀਂ। ਮਹਾਰਾਜ ਕਹਿੰਦੇ ਕਿਸ ਕੰਮ, ਉਹ ਕਾਰਜ ਹੀ ਰਹਿ ਗਿਆ ਜਿਹੜੇ ਕਾਰਜ ਵਾਸਤੇ ਮਨੁੱਖ ਦਾ ਜਨਮ ਮਿਲਿਆ ਸੀ। ਤੇ ਫਿਰ ਗੁਰੂ ਨਾਨਕ ਦਾ ਤੇ ਜਿਹੜਾ ਮਿਸ਼ਨ ਹੈ ਉਹ ਤੇ ਇੰਨਾ ਸਰਲ ਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਸਿੱਧਾ ਸਾਨੂੰ ਰਸਤਾ ਦੱਸਿਆ ਕਿ ਬਈ ਕਿਤੇ ਦੌੜਨ ਦੀ ਲੋੜ ਨਹੀਂ, ਕਿਤੇ ਪਰਿਵਾਰ ਛੱਡਣ ਦੀ ਲੋੜ ਨਹੀਂ, ਕੋਈ ਵਿਸ਼ੇਸ਼ ਭੂਸ਼ਣ ਧਾਰਨ ਕਰਨ ਦੀ ਲੋੜ ਨਹੀਂ, ਵਿਸ਼ੇਸ਼ ਭੇਖ ਧਾਰਨ ਦੀ ਲੋੜ ਨਹੀਂ। ਆਪਣੀ ਕਿਰਤ ਕਮਾਈ ਕਰਦਿਆਂ ਨਾਮ ਜਪਣਾ ਤੇ ਉਸ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਛਕਣਾ ਤੇ ਮਨੁੱਖਤਾ ਨਾਲ ਪ੍ਰੇਮ ਕਰਨਾ, ਇਹ ਜੀਵਨ ਦਾ ਲਕਸ਼ ਪੂਰਾ ਕਰ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ, ਖਾਤ ਪੀਤ ਖੇਲਤ ਹਸਤ ਵਿਸਥਾਰ, ਸਾਰਾ ਵਿਸਥਾਰ ਕਰ ਲਿਆ, ਖੇਡ ਲਿਆ, ਹੱਸ ਲਿਆ, ਰੋ ਲਿਆ, ਕਮਾ ਲਿਆ, ਖਾ ਲਿਆ, ਸੌਂ ਲਿਆ, ਜਾਗ ਲਿਆ। ਮਹਾਰਾਜ ਕਹਿੰਦੇ ਕਮਲ ਅਰਥ ਮਿਲਥਕ ਸਿਗਾਰ, ਕਿਸ ਅਰਥ ਆ ਉਹ ਤੇ ਇੱਕ ਮੁਰਦਾ ਸ਼ਿੰਗਾਰਨ ਦੇ ਬਰਾਬਰ ਆ। ਜੇ ਰੱਬ ਦੀ ਬੰਦਗੀ ਨਹੀਂ ਹੈ ਤੇ ਜਿੰਨਾ ਮਰਜ਼ੀ ਸ਼ਿੰਗਾਰ ਕਰੀ ਜਾ, ਉਹ ਕਿਸੇ ਲੇਖੇ ਨਹੀਂ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਹਨ ਕਿ ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤ ਹੀ ਕਾਮ ਨ ਧੌਲ ਹਾਰ ਜਿਤ ਹਰ ਵਿਸਰਾਏ। ਇਹਦਾ ਖਿਆਲ ਗਲਤ ਨਾ ਲੈਣਾ। ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਜੇ ਰੱਬ ਚੇਤੇ ਆ, ਕਿਉਂਕਿ ਰੱਬ ਦੀ ਪ੍ਰਾਪਤੀ ਵਾਸਤੇ ਮਨੁੱਖ ਦਾ ਜਨਮ ਮਿਲਿਆ। ਜੇ ਰੱਬ ਚੇਤੇ ਆ ਤੇ ਰਹਿਣ ਬਸੇਰਾ ਇੱਕ ਝੌਪੜੀ ਵਿੱਚ ਕੀਤਾ ਹੋਇਆ, ਇਹ ਕੱਚਾ ਘਰ ਆ, ਕੱਚੀ ਹਵੇਲੀ ਆ, ਉਹਦੇ ਵਿੱਚ ਰਹਿਣ ਬਸੇਰਾ ਹੈ ਤੇ ਮਰਦ ਕਹਿੰਦੇ ਬਹੁਤ ਆਨੰਦ ਆ। ਭਲੀ ਸੁਹਾਵੀ ਛਾਪਰੀ, ਉਹ ਛਪਰੀ ਭਲੀ ਆ, ਜਾਂ ਮੈਂ ਗੁਣ ਗਾਓ, ਜਿੱਥੇ ਹਰੀ ਪਰਮਾਤਮਾ ਦਾ ਸਿਮਰਨ ਹੁੰਦਾ। ਤੇ ਜੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਉਹ ਛਪਰੀ ਢਾਹ ਕੇ ਤੇ ਵਧੀਆ ਕੋਠੀ ਬਖਸ਼ ਦਿੱਤੀ ਆ, ਤੇ ਹੁਣ ਰੱਬ ਹੀ ਵਿਸਰ ਗਿਆ। ਤੇ ਮਹਾਰਾਜ ਕਹਿੰਦੇ ਕਿਤੇ ਹੀ ਕਾਮ ਨ ਧੌਲ ਹਾਰ, ਚਿੱਟੇ ਚਿੱਟੇ ਮਹਿਲ, ਵਾਈਟ ਹਾਊਸ, ਕਿਸੇ ਕੰਮ ਨਹੀਂ ਉਹ। ਜਿਤ ਹਰ ਵਿਸਰਾਏ, ਜੇ ਪ੍ਰਮਾਤਮਾ ਦਾ ਨਾਮ ਵਿਸਰ ਗਿਆ ਤੇ। ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਬਖਸ਼ਿਸ਼ ਕਰਦੇ ਆ ਕਿ ਜਿੱਥੇ ਨਾਮ ਜਪੀਏ ਮੇਰੇ ਪਿਆਰੇ, ਸੇ ਅਸਥਿਰ ਸੋਹਿਨ ਚਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਾਈ ਨਗਰ ਉਜਾੜੀ ਜੀਓ। ਉਹ ਨਗਰ ਉਜਾੜ ਦੇ ਮੁਤਾਬਕ ਆ। ਜੇ ਪਰਮਾਤਮਾ ਦੀ ਬੰਦਗੀ ਨਹੀਂ, ਮਨੁੱਖਤਾ ਦੀ ਸੇਵਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਸਮਝਾਉਂਦੇ, ਕਹਿੰਦੇ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਜੇ ਸਵੇਰੇ ਉੱਠ ਕੇ ਸਿਮਰਨ ਨਹੀਂ ਕੀਤਾ, ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ, ਤੇ ਸਾਰਾ ਦਿਨ ਬੀਤ ਗਿਆ, ਰਾਤ ਬੀਤ ਗਈ, ਤੇ ਮਹਾਰਾਜ ਕਹਿੰਦੇ ਜੀਵਨ ਏਦਾਂ ਸੁੱਕਦਾ ਜਾਏਗਾ ਜਿਵੇਂ ਬਰਸਾਤ ਤੋਂ ਬਿਨਾ, ਪਾਣੀ ਤੋਂ ਬਿਨਾ ਜਿਵੇਂ ਖੇਤੀ ਸੁੱਕ ਜਾਂਦੀ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ। ਕਿਸੇ ਕੰਮ ਨਹੀਂ ਆ ਪਰਮਾਤਮਾ ਦੀ ਬੰਦਗੀ ਤੋਂ ਬਗੈਰ। ਉਹ ਸ਼ਿਗਾਰ ਵੀ ਮੌਤ ਦੇ ਬਰਾਬਰ ਹੈ। ਗੁਰੂ ਸਾਹਿਬ ਜੀ ਬੰਦੇ ਨੂੰ ਸਮਝਾਉਂਦੇ। ਮੁਹੰਮਦ ਇਕਬਾਲ ਬੜੇ ਰਿਸ਼ੀ ਹੋਏ ਨੇ, ਬ੍ਰਹਮ ਗਿਆਨੀ, ਰੱਬ ਦੀ ਬੰਦਗੀ ਵਾਲੇ, ਖੁਦਾ ਦੇ ਪ੍ਰਸਤ ਬੰਦੇ ਹੋਏ ਨੇ। ਉਹ ਬੜੀ ਸੋਹਣੀ ਇੱਕ ਗੱਲ ਲਿਖਦੇ ਆ, ਕਹਿੰਦੇ ਐ ਬੰਦੇ ਖੁਦੀ ਕੋ ਇਤਨਾ ਬੁਲੰਦ ਕਰ। ਦੇਖੋ ਕਿੱਡੀ ਸੋਹਣੀ ਗੱਲ ਲਿਖਦੇ। ਐ ਬੰਦੇ ਖੁਦੀ ਕੋ ਇਤਨਾ ਬੁਲੰਦ ਕਰ,
कि हर तकरीर से पहले खुदा पूछे, ऐ बंदे बता तेरी रजा क्या है। असी रोने आ ना आके गुरु दे अगे, मेरा आ काम नहीं होया, मेरा आ काम नहीं होया। महाराज कहते बंदगी कर, सिमरन कर, रब नूं दयाल कर, जितरा धन्ने भगत ने कीता। फिर रब पूछे तेनू दस तेरी रजा की है, की चाहिए। नामदेव नूं कहा, सामने मार के सुल्तान ने गऊ रख सुट दी। कहन लगा इनू जे तू भगत आ, रब की बंदगी वाला रब्बी बंदा है, तो ये गऊ जिंदा कर। वो कहता ये नहीं हो सकती, ये तो खुदा की मर्जी है, ये तो परम पिता की मर्जी है। मैं तो उसकी रजा च रहने वाला बंदा, मैं नहीं कर सकता। कह लगा फिर तेन 24 घंटे दिते या नहीं तो इस तरह गऊ के बराबर तेरा भी सिर पिया होगा। कह लगे कोई गल नहीं, पर मैं नहीं ये काम कर सकता। बंदगी करन लग, सिमरन के नाल जुड़ गई रूह। 12 घंटे बीते, ये मैं नहीं कह रहा, गुरु ग्रंथ साहब जी कह रहे। 12 घंटे बीत गए, रब का दूत चल के आया। जो रब का दूत चल के आया, फड़ के नामदेव नूं पुछदा है, ऐ नामदेव बोल, धरती पलटा दिया। भाव इन्हां इस्लामी मुसलमानों का राज गर्क कर दिया, पलटा दे दिया। सिर फेरता नामदेव, नहीं बीठल, नहीं मेरे मालिक, नहीं गोबिंद, ये काम ना कर। रब कह लगा फिर आ मरी हुई गऊ जिंदा कर दिया। कह लगे तेरी रजा है, ये भी नहीं मैं कहना भी तू आ काम कर, तेरी रजा है। रब की बंदगी वाले जड़े है वो ऐदा रहिंदे हैं। सतगुरु सच्चे पातशाह जी ये समझाते हैं कि ऐ बंदिया, रब की बंदगी तो बगैर तेरे जीवन का, मनुख जन्म का होर कोई अर्थ ही नहीं है। जो ना सुने जस परमानंदा, पस पंखी त्रिगत जोन ते मंदा। ऐ गुरु दे प्यारिया, जिहड़ा परमानंद परमात्मा वाहिगुरु सच्चे पातशाह जी का सिमरन नहीं करता, 3 प्रकार का जीवन दसिया है पशु पंछियों का। आकाश विच उड़न वाले, ये धरती ते रींग के चलन वाले, फिर पानी दे विच पताल च रहन वाले। महाराज की कहते ने, जो ना सुने जस परमानंदा, जिहड़ा रब की महिमा नहीं सुन सकता, जिहड़ा रब की गल नहीं सुन सकता, महाराज कहते उहदे तो तां पश पंखी त्रिगत जोन। त्रिगत जोन का मतलब 3 प्रकार के जीवन जिहड़ा आकाश विच, धरती ते पताल विच, इन्हां जानवरां तो, पशु पंछियां तो भी वो गया गुजराया। जिहड़ा रब की बंदगी नहीं सुनता, जिहड़ा रब की कथा विचार नहीं सुनता, पशुओं तो भी गया, पंछियों तो भी गया गुजरिया है। कहो नानक गुर मंत्र दृढ़ाया, केवल नाम हृदय माहि समाया। मेरे गुरु ने मैनू गुर मंत्र दृढ़ करवाया, केवल ते केवल परमात्मा की बंदगी, मनुखता की सेवा, यह कुछ दृढ़ करवाया। काकी माई का को बाप, नाम तरीक झूठे सब साग। कादी मां कादा पिता, ये नाम तरीक, ये जो नाम धरे हुए ने रिश्तियां दे। महाराज कहते सुख में आन बहुत मिल बैठत, रहत चहूं दिस घेरे। जब ही विपत परी संग छाड़त, को न आवत नेरे। सब भज जाते हैं। सुख में सब संगी भये, दुख में भयो न कोय।
ਕੋਈ ਨਹੀਂ ਦੁੱਖ ਦੇ ਵਿੱਚ ਸਾਥੀ ਹੁੰਦਾ। ਮੇਰੀ ਪੀੜਾ ਮੈਂ ਝੱਲਣੀ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਹਦਾ ਬਾਪ ਕਾਹਦੀ ਮਾਂ, ਇਹ ਸਭ ਨਾਲ ਧਰੀਕ ਝੂਠੇ ਸਾਲ, ਇਹਨਾਂ ਵਿੱਚੋਂ ਨਾਲ ਨਿਭਣ ਵਾਲਾ ਕੋਈ ਨਹੀਂ। ਇਹ ਤੇ ਆਪਣਾ ਜੀਵਨ ਦਾ ਸਫ਼ਰ ਹੈ, ਜਿਹਦਾ ਜਿੱਥੇ ਮੁੱਕ ਜਾਂਦਾ ਉਹ ਤੁਰ ਜਾਂਦਾ। ਕਾਹੇ ਕੋ ਮੂਰਖ ਪਖਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ। ਐ ਮੇਰੇ ਮੂਰਖ ਮਨਾ, ਕਾਹਦੇ ਤੋਂ ਭੁੱਲਿਆ ਫਿਰਦਾ, ਕਿਸ ਗੱਲ ਤੇ ਤੂੰ ਉਸ ਰੱਬ ਨੂੰ ਭੁਲਾ ਛੱਡਿਆ। ਮਿਲ ਸੰਜੋਗ, ਇਹ ਸਾਰਾ ਗੁਰੂ ਦੀ ਕਿਰਪਾ ਦਾ ਸੰਜੋਗ ਬਣਿਆ ਤਾਂ ਤੂੰ ਇਹ ਸੰਸਾਰ ਤੇ ਆਇਆ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾ ਕੌਣ ਰੂਤ। ਆ ਜੇ ਤੇ ਗੁਰੂ ਨੂੰ ਮੰਨਦਾ ਨਾ, ਗੁਰੂ ਕੇ ਸਿੱਖਾ, ਤੇ ਗੁਰੂ ਦੇ ਬਚਨ ਨੂੰ ਸਮਝ, ਗੁਰੂ ਦੇ ਬਚਨ ਨੂੰ ਸਮਝ ਤਾਂ ਤੈਨੂੰ ਲਾਭ ਹੋਣਾ ਗੁਰੂ ਨੂੰ ਮੰਨਣ ਦਾ। ਗੁਰੂ ਸਾਹਿਬ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਏਕਾ ਮਾਟੀ ਏਕਾ ਜੋਤ। ਜੋਤ ਜੀਵ ਆਤਮਾ, ਕਬੀਰਾ ਅੰਸ ਰਾਮ ਕੀ, ਇਹ ਪਰਮਾਤਮਾ ਦੀ ਅੰਸ ਆ। ਏਕ ਨੂਰ ਤੇ ਸਭ ਦਾ ਉਪਜਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਹੀ ਮਿੱਟੀ, ਆ ਸਰੀਰ, ਕਦੀ ਫਰਕ ਕੱਢ ਕੇ ਵਿਖਾਓ ਇਹਦੇ ਚ ਵੀ ਮੈਂ ਗਰੀਬ ਆ, ਮੇਰਾ ਦਿਲ ਤੇ ਖੱਬੇ ਪਾਸੇ ਧੜਕਦਾ ਏ, ਤੇ ਸਾਹਮਣੇ ਵਾਲਾ ਅਮੀਰ ਆ, ਉਹਦਾ ਦਿਲ ਸੱਜੇ ਪਾਸੇ ਧੜਕਦਾ। ਜਾਂ ਉਹਦੀਆਂ ਰਗਾਂ ਦੇ ਵਿੱਚ ਦੁੱਧ ਪੈਂਦਾ ਕਿ ਜੂਸ ਚੱਲਦਾ। ਇਹ ਗਰੀਬ ਹੈ, ਇਹਦੀਆਂ ਰਗਾਂ 'ਚ ਸੁੱਕੀ ਰੋਟੀ ਦਾ ਲਹੂ ਆ, ਸਾਡੇ ਤੇ ਜੂਸ ਚੱਲਦਾ ਰਗਾਂ 'ਚ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਮਹਾਰਾਜ ਕਹਿੰਦੇ ਏਕਾ ਮਾਟੀ ਏਕਾ ਜੋਤ ਏਕੋ ਪਵਨ। ਪਵਨ ਕਿਹਨੂੰ ਕਿਹਾ? ਸਾਹ ਨੂੰ। ਜੇ ਜ਼ਰੀਲੀ ਹਵਾ ਹੋਵੇ ਤੇ ਅਮੀਰ ਨੂੰ, ਉੱਚ ਜਾਤੀ ਨੂੰ ਬਖਸ਼ਦੀ ਹੈ, ਤਰਸ ਖਾਂਦੀ ਉਹਦੇ ਉੱਤੇ। ਜ਼ਹਿਰੀਲੀ ਹਵਾ ਇਹ ਤੇ ਸਾਰਿਆਂ ਵਾਸਤੇ ਇੱਕੋ ਜਿਹੀ ਹੈ, ਸਵਸਥ ਹਵਾ ਇਹ ਤੇ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਮਹਾਰਾਜ ਕਹਿੰਦੇ ਏਕੋ ਪਵਨ ਕਹਾਂ ਕਰੋ ਕੌਣ ਰੋਤ। ਕਿਸ ਗੱਲ ਦੇ ਝਖੇੜੇ 'ਚ ਪਿਆ ਹੋਏ ਆ ਜਦੋਂ ਸਭ ਕੁਝ ਇੱਕ ਆ। ਉਸ ਪਰਮਾਤਮਾ ਦੀ ਖੇਡ ਆ ਸਾਰੀ ਇਹ, ਇਹਨੂੰ ਸਮਝ। ਮੇਰਾ ਮੇਰਾ ਕਰ ਬਿਲਲਾਹੀ, ਮਰਨ ਹਾਰ ਇਹ ਜਿਆਰਾ ਨਹੀਂ। ਐ ਬੰਦਿਆ, ਮੇਰਾ ਮੇਰਾ ਕਰਦਾ ਪਿਆ ਏ। ਮਹਾਰਾਜ ਕਹਿੰਦੇ ਜਰਾ ਸੋਚ, ਆ ਸਰੀਰ ਵੀ ਤੇਰਾ ਨਹੀਂ ਹੈ। ਜੀਵਤ ਹੀ ਵਿਵਹਾਰ ਹੈ, ਜਗ ਕੋ ਤੁਮ ਜਾਨੋ। ਨਾਨਕ ਹਰ ਗੁਣ ਗਾਇ ਲੈ, ਸਭ ਸੁਪਨ ਸਮਾਨੋ। ਹਰੀ ਦੇ ਗੁਣ ਗਾ ਲੈ, ਸਭ ਸੁਪਨੇ ਦੀ ਨਿਆਈ ਆ। ਕੁਛ ਨਹੀਂ ਹੈ ਤੇਰਾ ਮੇਰੇ ਮਨਾ, ਇਸ ਸੰਸਾਰ ਤੋਂ ਕੁਛ ਨਹੀਂ ਤੇਰਾ। ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨਸੇ ਭਰਮ ਥਾਟ। ਕਪਾਟ ਕਿਹਦੇ ਖੋਲੇ? ਜਿਹੜਾ ਜਗਿਆਸੂ ਆ, ਜਿਹੜਾ ਜਾਗਣਾ ਚਾਹੁੰਦਾ, ਜਿਹੜਾ ਕੁਛ ਜਾਣਨਾ ਚਾਹੁੰਦਾ, ਗੁਰੂ ਉਹਦੇ ਕਪਾਟ ਖੋਲ ਦਿੰਦਾ। ਤੇ ਜਿਹੜਾ ਜਾਣਨਾ ਹੀ ਨਹੀਂ ਚਾਹੁੰਦਾ, ਉਹਦੇ ਵਾਸਤੇ ਭਾਵੇਂ ਸੂਰਜ 5 ਵਜੇ ਚੜ ਜੇ, ਭਾਵੇਂ 7 ਵਜੇ ਚੜ ਜੇ, ਜਿਹਨੇ ਅੱਖਾਂ ਹੀ ਨਹੀਂ ਖੋਲ੍ਹਣੀਆਂ, ਤੇ ਉਹਦੇ ਵਾਸਤੇ ਤੇ ਇਹ ਸੂਰਜ ਦਾ ਕੋਈ ਵੀ ਲਾਭ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੁਕਤ ਭੈ ਬਿਨਸੇ ਭਰਮ ਥਾਟ। ਜਿਹੜੇ ਜਾਗ ਗਏ, ਜਿਨ੍ਹਾਂ ਨੇ ਜਾਣ ਲਿਆ ਰੱਬ ਨੂੰ, ਮਹਾਰਾਜ ਕਹਿੰਦੇ ਉਹ ਮਨੁੱਖਾ ਜਨਮ ਸਫਲ ਕਰ ਗਏ, ਉਹ ਮੁਕਤੇ ਪਏ, ਉਹਨਾਂ ਦੇ ਕਪਾਟ ਖੁੱਲ ਗਏ, ਭਰਮ ਨਾਸ ਹੋ ਗਿਆ ਉਹਨਾਂ ਦਾ। ਬੜੇ ਬੜੇ ਜੋ ਦੀਸੈ ਲੋਗ, ਤਿਨ ਕੋ ਵਿਆਪੇ ਚਿੰਤਾ ਰੋਗ। ਗੁਰੂ ਕਹਿ ਗਿਆ, ਅਸੀਂ ਇਹ ਸਮਝਦੇ ਹਾਂ, ਇੱਕ ਉਦਾਹਰਨ ਲੈ ਲਈਏ ਭਈ ਕਲੇਸ਼ ਜਿਹੜੀ ਆ ਨਾ, ਉਹ ਗਰੀਬਾਂ ਦੇ ਘਰਾਂ 'ਚ ਹੀ ਆ।
ਅਮੀਰ ਬਹੁਤ, ਸ਼ਾਂਤ ਆ। ਇਹ ਤਿੰਨ ਸ਼੍ਰੇਣੀਆਂ 'ਚ ਗੁਰੂ ਸਾਹਿਬ ਨੇ ਵੰਡਿਆ ਇਹਨਾਂ ਨੂੰ। ਗਰੀਬੀ ਰੇਖਾ, ਮਿਡਲ ਕਲਾਸ ਤੇ ਫਿਰ VIP। ਜਿਹੜਾ ਗਰੀਬੀ ਰੇਖਾ 'ਚ ਹੈ ਉਹਦੇ ਘਰੇ ਚੁੱਲ੍ਹਾ ਬਲਦਾ ਏ, ਤੇ ਚੁੱਲ੍ਹੇ ਦੀ ਅੱਗ ਜਦੋਂ ਬਲਦੀ ਹੈ ਧੂੰਆਂ ਦੂਰ ਦੂਰ ਤੱਕ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਅੱਗ ਬਲਦੀ ਪਈ ਹੈ। ਇਹ ਕਲੇਸ਼ ਸਾਰਿਆਂ ਦੇ ਆ, ਉਹਦੇ ਪਤਾ ਚੱਲ ਜਾਂਦਾ ਦੂਰੋਂ ਹੀ ਵੀ ਉਹ ਸਾਹਮਣੇ ਉਹਨਾਂ ਦੇ ਘਰੇ ਅੱਗ ਬਲਣ ਰਹੀ ਹੈ, ਧੂੰਆਂ ਨਿਕਲਣ ਡਿਆ ਉਹਦੇ ਘਰੋਂ। ਵੇਖੋ ਦੂਜਾ ਮਨੁੱਖ ਮਿਡਲ ਕਲਾਸ, ਜਿਹਦੇ ਘਰੇ ਗੈਸ ਚੱਲਦਾ ਏ, ਉਹਦੇ ਲਾਗੇ ਜਾਈਏ ਤੇ ਪਤਾ ਲੱਗਦਾ, ਜਦੋਂ ਲਾਗੇ ਜਾ ਕੇ ਵੇਖੀਦਾ ਵੀ ਹਾਂ ਅੱਗ ਤੇ ਇਹਨਾਂ ਦੇ ਵੀ ਬਲਦੀ ਪਈ ਹੈ। ਇੱਕ VIP ਆ, ਉਹ ਮੈਕਰੋ ਆ। ਪਿੰਡਾਂ ਵਿੱਚ ਅਸੀਂ ਘੱਟ ਵਰਤਦੇ ਹਾਂ ਮੈਕਰੋ ਨੂੰ। ਜਦੋਂ ਉਹ TV ਚੈਨਲ, TV ਵਰਗਾ ਹੁੰਦਾ, ਜਿਸ ਤਰ੍ਹਾਂ ਪੁਰਾਣੇ TV ਹੁੰਦੇ ਸੀ, ਮੈਕਰੋਵੇਵ, ਉਹਦੇ ਕੋਲ ਖਲੋਵੋ, ਉਹਦੇ ਤੇ ਹੱਥ ਲਾਓ, ਉਹਦੇ ਅੱਗੇ ਪਿੱਛੇ ਜਿੱਥੇ ਐ ਸ਼ਾਂਤ ਨਜ਼ਰ ਆਉਂਦਾ। ਤੇ ਡੰਗਰਾਂ ਦੀਆਂ ਹੱਡੀਆਂ ਵੀ 10 ਮਿੰਟ ਤੇ ਲਾ ਕੇ ਉਹਦੇ ਅੰਦਰ ਰੱਖ ਦਈਏ ਨਾ ਤਾਂ ਵੀ ਭੁਰਨ ਲੱਗ ਜਾਂਦੀਆਂ। ਇੰਨਾ ਸੇਕ, ਇੰਨੀ ਅੱਗ ਆ ਉਹਦੇ 'ਚ, ਪਰ ਦਿਸਦੀ ਨਹੀਂ ਹੈ। ਨਾ ਧੂੰਆਂ ਉੱਠਦਾ, ਨਾ ਅੱਗ ਬਲਦੀ ਦਿਸਦੀ ਹੈ। ਉਹ ਮਾਈਕ੍ਰੋਵੇਵ ਦੇ ਉੱਤੇ ਹੱਥ ਵੀ ਰੱਖਾਂਗੇ ਤੇ ਉਹ ਠੰਡਾ ਹੈ, ਪਰ ਉਹਦੇ ਅੰਦਰ ਕਿੰਨੀ ਅੱਗ ਆ, ਇਹ ਜਦੋਂ ਉਹਦੇ ਅੰਦਰ ਕੋਈ ਚੀਜ਼ ਰੱਖਦੇ ਆ ਫਿਰ ਪਤਾ ਲੱਗਦਾ। ਇਸ ਲਈ ਸਤਿਗੁਰਾਂ ਆਖਿਆ, ਨਾਨਕ ਦੁਖੀਆ ਸਭ ਸੰਸਾਰ। ਇਹ ਸਾਰੇ ਇਹਦੀ ਪੀੜਾ ਦੇ ਨਾਲ ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਤਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ। ਮਹਾਰਾਜ ਕਹਿੰਦੇ ਦੋਹਾਂ ਬਵਿਸਥਾ ਤੇ ਜੋ ਮੁਕਤਾ, ਸੋਈ ਸਹੇਲਾ ਭਾਲੀਏ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਨ ਰਾਮ ਲੈ ਬੁਲਾਈ। ਧਨ ਨਾਲ ਕੋਈ ਵੱਡਾ ਨਹੀਂ ਹੋ ਸਕਦਾ। ਧਨ ਪਰਦੇ ਢੱਕਦਾ ਏ, ਪਰ ਥੱਲੇ ਤੇ ਬਦਬੂ ਹੀ ਆ। ਉੱਤੋਂ ਢੱਕ ਦਿੱਤਾ ਏ, ਅੰਦਰ ਤੇ ਵਿਸ਼ੇ ਵਿਕਾਰਾਂ ਦੀ ਬਦਬੂ ਹੀ ਆ। ਅਸਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡਾ ਉਹ ਆ ਜਿਹੜਾ ਪਰਮਾਤਮਾ ਨਾਲ ਜੁੜਿਆ ਏ। ਸਰਮਦ ਫਕੀਰ ਹੋਇਆ ਔਰੰਗਜ਼ੇਬ ਦੇ ਸਮੇਂ। ਉਹ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਬੈਠਾ ਰਹਿੰਦਾ ਸੀ। ਕੋਈ ਪ੍ਰਸ਼ਾਦਾ ਦੇ ਗਿਆ ਤੇ ਛਕ ਲਿਆ, ਨਹੀਂ ਤੇ ਅੱਲਾਹੂ ਅੱਲਾਹੂ ਕਰਦਾ ਰਹਿੰਦਾ ਸੀ। ਔਰੰਗਜ਼ੇਬ ਜੁਮੇ ਦੀ ਨਮਾਜ਼ ਪੜ੍ਹਨ ਆਇਆ, ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਆਇਆ। ਉਹ ਬੇਅਲਫ ਨੰਗਾ ਰਹਿੰਦਾ ਸੀ, ਨੰਗਾ, ਸਮਾਧੀ ਲੀਨ ਆ। ਔਰੰਗਜ਼ੇਬ ਨੇ ਕੀ ਕੀਤਾ, ਉਹਦੇ ਉੱਤੇ ਆਪ ਦਾ ਰੇਸ਼ਮੀ ਚੋਲਾ ਪਾ ਦਿੱਤਾ ਤੇ ਨਾਲ ਬੋਲ ਕੇ ਹਦਾਇਤ ਕਰ ਗਿਆ ਕਿ ਇਹ ਚੋਲਾ ਪਾ ਕੇ ਰੱਖਿਆ ਕਰ, ਇਹ ਜਦੋਂ ਪੁਰਾਣਾ ਹੋ ਜਾਏਗਾ ਤੈਨੂੰ ਮੈਂ ਹੋਰ ਦੇ ਦਾਂਗਾ। ਅਗਲੇ ਦਿਨ ਜਦੋਂ ਅਗਲੇ ਜੁਮੇ ਨੂੰ ਨਮਾਜ਼ ਪੜ੍ਹਨ ਗਿਆ, ਜੁਮੇ ਦੀ ਨਮਾਜ਼ ਪੜ੍ਹਦੇ ਇਕੱਠੇ ਹੋ ਕੇ ਮੁਸਲਮਾਨ, ਜਦੋਂ ਜੁਮੇ ਦੀ ਨਮਾਜ਼ ਪੜ੍ਹਨ ਗਿਆ ਅਗਲੇ ਹਫ਼ਤੇ, ਉਹ ਸਰਮਦ ਫਕੀਰ ਫਿਰ ਨੰਗਾ ਹੀ ਬੈਠਾ। ਉੱਥੇ ਕਚਹਿਰੀ ਲਾ ਲਈ ਆਪਣੀ ਉਹਨੇ, ਔਰੰਗਜ਼ੇਬ ਨੇ ਉਹਨੂੰ ਪੇਸ਼ ਕੀਤਾ ਕਚਹਿਰੀ। ਕਹਿੰਦੇ ਤੈਨੂੰ ਚੋਲਾ ਦੇ ਕੇ ਗਿਆ ਸੀ, ਤੂੰ ਕਿਉਂ ਨਹੀਂ ਪਹਿਨਿਆ? ਤੇ ਸਰਮਦ ਬੋਲਣ ਲੱਗਾ, ਕਹਿਣ ਲੱਗਾ, ਬਾਦਸ਼ਾਹ ਢੱਕੀ ਦਾ ਗੰਦਗੀ ਨੂੰ ਹੈ, ਫੁੱਲਾਂ ਨੂੰ ਕੌਣ ਢੱਕਦਾ ਹੁੰਦਾ? ਇਹ ਚੋਲੇ ਦੀ ਤੈਨੂੰ ਲੋੜ ਹੈ, ਤੂੰ ਗੰਦਾ ਏ, ਤੂੰ ਆਪਣੇ ਗੁਨਾਹ ਢਾਕੇ ਦੇ ਵਿੱਚ। ਮੈਂ ਅੰਦਰੋਂ ਬਾਹਰੋਂ ਇੱਕੋ ਜਿਹਾ, ਮੈਨੂੰ ਤੇਰੇ ਚੋਲੇ ਦੀ ਲੋੜ ਨਹੀਂ। ਪਰ ਸਮਝਣ ਦੀ ਬਜਾਏ ਔਰੰਗਜ਼ੇਬ ਨੇ ਉਹਦਾ ਸਿਰ ਕਲਮ ਕਰ ਦਿੱਤਾ ਸੀ, ਖਿੱਚੀ ਕਿਰਪਾਨ ਤੇ ਸਿਰ ਵੜ ਦਿੱਤਾ ਉਹਦਾ। ਇਹ ਅਕਸਰ ਹੁੰਦਾ ਏ, ਜਿਹੜੇ ਇਹੋ ਜਿਹੇ ਨਾਸਤਕ ਤੇ ਹੰਕਾਰੀ ਲੋਕ ਹੁੰਦੇ ਆ, ਉਹ ਸੀਸਾ ਉਹਨਾਂ ਨੂੰ ਵਿਖਾਇਆ ਜਾਵੇ ਨਾ ਸਾਹਮਣੇ ਸੀਸਾ, ਵੀ ਤੂੰ ਗੰਦਾ ਏ, ਵੇਖ ਚਿਹਰਾ ਵੇਖ, ਉਹ ਚਿਹਰਾ ਸਵਾਰਨ ਦੀ ਬਜਾਏ ਸੀਸਾ ਹੀ ਭੰਨ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਬੰਦਿਆ
ਜਿਨ੍ਹਾਂ ਦੇ ਘਰ ਵਿੱਚ ਜਾਦੀ, ਉਹਨਾਂ ਨੂੰ ਜਾਦੀ ਚਿੰਤਾ ਹੈ। ਰੱਬ ਨਾਲ ਜਿਹੜੇ ਜੁੜੇ ਨੇ, ਅਸਲ ਵਡਿਆਈ ਉਹਨਾਂ ਦੀ ਆ। ਭੂਮੀਆਂ ਭੂਮ ਉਪਰ ਨੇ ਤਲੂਜੇ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੇ। ਭੂਮੀਆਂ ਜ਼ਮੀਨ ਦੀ ਇੱਕ ਓੜੇ ਦੀ ਖਾਤਰ ਕਤਲ ਹੋ ਜਾਂਦੇ। ਉਹ ਜ਼ਮੀਨਾਂ ਇੱਥੇ ਹੀ ਪਈਆਂ ਰਹੀਆਂ, ਸਦੀਆਂ ਤੋਂ ਪਈਆਂ ਤੇ ਸਦੀਆਂ ਤੱਕ ਪਈਆਂ ਰਹਿਣੀਆਂ। ਬੰਦਾ ਸੁੱਖ ਦੀ ਰੋਟੀ ਖਾਂਦਾ ਖਾਂਦਾ ਇੱਕ ਓੜੇ ਦੀ ਖਾਤਰ ਮੁਸੀਬਤਾਂ 'ਚ ਪੈ ਜਾਂਦਾ ਤੇ ਰੋ ਰੋ ਕੇ ਮੁੜ ਕੇ ਆਪਣਾ ਜੀਵਨ ਬਤੀਤ ਕਰਦਾ। ਇਹ ਤ੍ਰਿਸ਼ਨਾ ਵਸ ਹੋ ਕੇ ਏਦਾਂ ਕਰਦਾ। ਕਹੋ ਨਾਨਕ ਤੈ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਤਤ ਵਿਚਾਰ, ਮਹਾਰਾਜ ਕਹਿੰਦੇ ਛੱਡੋ ਬਾਕੀ ਸਾਰੀਆਂ, ਸਿਰੇ ਦੀ ਗੱਲ ਸੁਣਾਵਾਂ, ਤਤ ਦੀ ਗੱਲ ਦੱਸਾਂ। ਐ ਬੰਦਿਆ, ਮਨੁੱਖ ਦਾ ਜਨਮ ਲਿਆ ਹੀ ਤੇ ਤੇਰਾ ਭਜਨ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਯਾਦ ਰੱਖੀ ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੇਗੀ। ਬਿਨ ਹਰ ਭਜਨ ਨਾਹੀ ਛੁਟਕਾਰਾ। ਰੱਬ ਦੀ ਬੰਦਗੀ ਤੋਂ, ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ, ਮਨੁੱਖਤਾ ਦੀ ਸੇਵਾ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ। ਉਹ ਆਵਾ ਗਾਉਣ ਦਾ ਚੱਕਰ ਬਣਿਆ ਰਹਿਣਾ, ਜੰਮਣ ਮਰਨ ਬਣਿਆ ਰਹਿਣਾ। ਚਾਹੁੰਦਾ ਹੈ ਕਿ ਆ ਮਨੁੱਖ ਦਾ ਜਨਮ ਸਫਲ ਹੋ ਜਾਵੇ ਤੇ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦਾ ਸਿਮਰਨ ਕਰ, ਮਨੁੱਖਤਾ ਦੀ ਸੇਵਾ ਕਰ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।